Hello students, my name is Ajit Pathak and welcome to the Royal Group of College Bodawal online classes. आज ਆਪਾਂ ਜਿਹੜਾ ਹੈ ਇੰਡੀਫਰੈਂਸ ਕਰਵ ਦੇ ਨੈਕਸਟ ਟੌਪਿਕ ਆਪਾਂ ਕਰਨ ਜਾ ਰਹੇ ਹਾਂ। ਆਪਾਂ ਹੁਣ ਤੱਕ ਇੰਡੀਫਰੈਂਸ ਕਰਵ ਦੇ ਵਿੱਚ ਅੰਡਰ ਆਰਡੀਨਲ ਯੂਟਿਲਿਟੀ ਦੇ ਅੰਡਰ ਆਪਾਂ ਕੀ ਪੜਿਆ? ਆਪਾਂ ਪੜਿਆ ਇੰਡੀਫਰੈਂਸ ਕਰਵ ਬਾਰੇ। ਠੀਕ ਹੈ ਜੀ, ਇੰਡੀਫਰੈਂਸ ਕਰਵ ਕੀ ਹੁੰਦੀ ਹੈ, ਉਸ ਦਾ ਮੀਨਿੰਗ, ਤੇ ਉਸ ਤੋਂ ਬਾਅਦ ਇੰਡੀਫਰੈਂਸ ਕਰਵ ਦੇ ਵਿੱਚ ਕੁਝ ਅਜ਼ੰਪਸ਼ਨਸ ਦੀ ਗੱਲ ਕੀਤੀ ਸੀ ਆਪਾਂ ਨੇ, ਇਹਦੇ ਮੀਨਿੰਗ ਦੀ ਗੱਲ ਕੀਤੀ ਸੀ, ਇੰਡੀਫਰੈਂਸ ਕਰਵ ਦੀ ਗੱਲ ਕੀਤੀ ਸੀ, ਇੰਡੀਫਰੈਂਸ ਸ਼ੈਡਿਊਲ ਦੀ ਗੱਲ ਕੀਤੀ ਸੀ, ਦੈਨ ਇੰਡੀਫਰੈਂਸ ਮੈਪ ਦੀ ਗੱਲ ਕੀਤੀ ਸੀ। ਉਸ ਤੋਂ ਬਾਅਦ ਆਪਾਂ ਪੜਿਆ ਸੀਗਾ ਡਿਮਿਨਿਸ਼ਿੰਗ ਮਾਰਜਿਨਲ ਰੇਟ ਆਫ ਸਬਸਟੀਟਿਊਸ਼ਨ ਦੇ ਬਾਰੇ। ਤੇ ਹੁਣ ਅੱਜ ਆਪਾਂ ਜਿਹੜਾ ਕਰਾਂਗੇ ਇੰਡੀਫਰੈਂਸ ਕਰਵ ਦੇ ਅੰਡਰ ਇਸ ਦੀਆਂ ਪ੍ਰੋਪਰਟੀਜ਼ ਆਫ ਇੰਡੀਫਰੈਂਸ ਕਰਵ। ਠੀਕ ਹੈ ਜੀ, properties of indifference curve। ਕਿਹੜੀਆਂ different properties ਨੇ indifference curve ਦੀਆਂ? ਠੀਕ ਹੈ, ਜਿਹੜੀ ਸਭ ਤੋਂ ਪਹਿਲੀ property ਹੈ indifference curve ਦੀ, ਠੀਕ ਹੈ, IC मतलब जो अपनी indifference curve है, ठीक है, that should be slope downward। IC curve की है slope downward from left to right। The slope of indifference curve should be the slope of, पूरा लिख लेंगे अपन, the slope of indifference curve should be downward from left to right। मतलब की है ਜਿਹੜੀ ਆਪਣੇ ਕੋਲ ਇੰਡੀਫਰੈਂਸ ਕਰਵ ਹੈ ਉਸ ਦਾ ਜਿਹੜਾ ਸਲੋਪ ਹੈ, ਠੀਕ ਹੈ, that should be ਕੀ ਹੈ, ਡਾਊਨਵਰਡ ਹੋਣਾ ਚਾਹੀਦਾ ਹੈ। ਉਹ ਕੀ ਹੈ, ਡਾਊਨਵਰਡ ਹੋਣਾ ਚਾਹੀਦਾ। ਡਾਊਨਵਰਡ ਦਾ ਮਤਲਬ ਕੀ ਹੈ, ਲੈਫਟ ਤੋਂ ਰਾਈਟ, ਮਤਲਬ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ। ਸਪੋਜ਼ ਕਰੋ ਆਪਣੇ ਕੋਲ ਇਹ ਕੀ ਹੈ, ਸਾਈਡ ਦੇ ਉੱਪਰ OX ਐਕਸਿਸ ਹੈ ਐਂਡ OY ਐਕਸਿਸ ਹੈ, ਲੈਫਟ ਤੋਂ ਰਾਈਟ ਵੱਲ ਨੂੰ ਡਾਊਨਵਰਡ ਸਲੋਪ ਹੋਵੇ। ਠੀਕ ਹੈ ਜੀ, ਉਹ ਕੀ ਆਪਣੀ ਇੰਡੀਫਰੈਂਸ ਕਰਵ ਹੈ, ਉਹਨੂੰ ਆਪਾਂ ਕੀ ਕਹਾਂਗੇ, IC ਕਰਵ। मतलब अगर अपने कोले किसी तरीके दे नाल स्लोप इस तरीके नाल आ रहा है, इस तरीके नाल, ਇਹਨੂੰ ਆਪਾਂ IC ਕਰਵ ਕਹਿੰਦੇ। इट इज नॉट IC ਕਰਵ। क्यों? क्योंकि ਉਹਦੀ ਪ੍ਰੋਪਰਟੀ ਹੈ, ਉਹਦੇ ਵਿੱਚ ਆਪਾਂ ਇੱਕ ਚੀਜ਼ ਲੈ ਕੇ ਚੱਲਦੇ ਆ ਕਿ ਇੰਡੀਫਰੈਂਸ ਕਰਵ ਉਹ ਕਰਵ ਹੋਊਗੀ ਜਿਹੜੀ ਲੈਫਟ ਤੋਂ ਰਾਈਟ ਜਿਹੜੀ ਕੀ ਹੋਊਗੀ, ਡਾਊਨਵਰਡ ਸਲੋਪ ਹੁੰਦੀ ਹੋਊਗੀ, ਡਾਊਨਵਰਡ ਆਂਦੀ ਹੋਊਗੀ, ਠੀਕ ਹੈ, ਢਲਾਣਾਤਮਕ ਹੋਊਗੀ। ਠੀਕ ਹੈ ਜੀ, ਉਹਨੂੰ ਆਪਾਂ ਕੀ ਕਹਾਂਗੇ, IC ਕਰਵ। ਅਗਰ ਆਪਣੀ ਕੋਈ ਇੱਕ ਇਸ ਟਾਈਮ ਦੇ ਉੱਪਰ ਜਿਹੜਾ ਸਲੋਪ ਹੈ ਉਹ ਕੀ ਹੈ, ਇਨਕਰੀਜ਼ਿੰਗ ਹੈ। ठीक है, स्लोप की है इंक्रीजिंग है, मतलब लेफ्ट तो राइट का जरूर है बट इंक्रीजिंग स्लोप है, बट उन्होंने की क्या है, डाउनवर्ड होना चाहिए, घटता होना चाहिए, ढलानात्मक होना चाहिए। ठीक है, या किसी सिचुएशन ਦੇ ਵਿੱਚ ਤੁਹਾਨੂੰ ਪੈਰਲਲ OX ਐਕਸਿਸ ਦੇ ਪੈਰਲਲ ਆ ਜੇ, ठीक है, ਇਹਨੂੰ IC ਕਹਿ ਦਈਏ, ਨਹੀਂ, ਇਹ ਵੀ ਜਿਹੜੀ ਆਪਣੇ ਕੋਲੇ IC ਕਰਵ ਨਹੀਂ ਹੋਊਗੀ। क्यों? क्योंकि ਉਹਦੀ ਪ੍ਰੋਪਰਟੀ ਹੈ ਕਿ ਜਿਹੜੀ ਆਪਣੀ IC ਕਰਵ ਹੈ that should be downward slope। या कुछ इस तरीके ਦੇ ਨਾਲ ਅਗਰ ਆਪਣੇ ਕੋਲੇ ਜਿਹੜੀ ਹੈਗੀ OY ਐਕਸਿਸ ਦੇ ਅਗਰ ਪੈਰਲਲ ਬਣ ਜੇ ਤਾਂ ਉਹ ਵੀ ਜਿਹੜੀ ਤੁਹਾਡੀ IC ਕਰਵ ਨਹੀਂ ਹੋਊਗੀ। ਠੀਕ ਹੈ ਜੀ, ਸੋ ਬੇਸਿਕ ਜਿਹੜੀ ਸਭ ਤੋਂ ਪਹਿਲੀ ਪ੍ਰੋਪਰਟੀ ਹੈ ਇੰਡੀਫਰੈਂਸ ਕਰਵ ਦੀ, that is the slope of indifference curve should be downward from left to right। ਜਿਹੜਾ IC ਕਰਵ ਹੈ ਉਸ ਦਾ ਜਿਹੜਾ ਸਲੋਪ ਹੈ ਉਹ ਕੀ ਹੈ, ਲੈਫਟ ਤੋਂ ਰਾਈਟ ਵੱਲ ਨੂੰ ਕੀ ਹੈ, ਡਾਊਨਵਰਡ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਇਸ ਤੋਂ ਜਿਹੜੀ ਨੈਕਸਟ ਪ੍ਰੋਪਰਟੀ ਹੈ ਉਹ ਕਿਹੜੀ, ਆਪਾਂ ਉਹਦੀ ਗੱਲ ਕਰ ਲੈਂਦੇ ਹਾਂ। ਸੈਕਿੰਡ ਪ੍ਰੋਪਰਟੀ ਦੀ ਹੈਗੀ ਹੈ ਇੰਡੀਫਰੈਂਸ ਕਰਵ should convex to origin। ठीक है, जो ਤੁਹਾਡੀ ਇੰਡੀਫਰੈਂਸ ਕਰਵ ਹੈ that should be convex to origin। ठीक है, origin ਕਿਹੜਾ ਹੁੰਦਾ ਹੈ, ਇਹ ਵਾਲਾ, ਇਹਨੂੰ ਆਪਾਂ ਕੀ ਕਹਿੰਦੇ ਨੇ, origin ਕਹਿ ਦਿੰਦੇ ਆ। ठीक है, ਇਹਦੇ ਵੱਲ ਨੂੰ ਕੀ ਝੁਕੀ ਹੋਣੀ ਚਾਹੀਦੀ ਹੈ, ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ, ਕੁਝ ਇਸ ਤਰੀਕੇ ਦੇ ਨਾਲ, ठीक है। ਉਹਦਾ ਕਾਰਨ ਕੀ ਹੈ, ਕਿਉਂਕਿ ਆਪਾਂ ਇਸ ਤੋਂ ਪਹਿਲਾਂ ਜਿਹੜਾ ਆਪਾਂ ਪ੍ਰੀਵੀਅਸ ਜਿਹੜੀ ਵੀਡੀਓ ਕੀਤੀ ਸੀ, ਜਿਹੜਾ ਪ੍ਰੀਵੀਅਸ ਲੈਕਚਰ ਸੀ, ਉਸ ਦੇ ਵਿੱਚ ਆਪਾਂ ਗੱਲ ਕੀਤੀ ਸੀ ਮਾਰਜਨਲ diminishing
मार्जिनल रेट ऑफ सब्सटीट्यूशन। ठीक है जी, आप गल की सी ना डिमिनिशिंग मार्जिन रेट ऑफ सब्सटीट्यूशन लिखी जो इंडिफरेंस कर्व है, इंडिफरेंस कर्व की सिचुएशन दे विच जेड़ा अपने कोले की है, जेड़ा अपने कोले मार्जिन रेट ऑफ सब्सटीट्यूशन है दैट इज की हुंदा है डिमिनिशिंग हुंदा। मतलब आप अगर एक चीज की अगर आप कंजम्पशन ਨੂੰ ਵਧਾਉਂਦੇ ਜਾ ਰਹੇ ਹਾਂ ਤਾਂ ਉਸ ਦੇ ਬਦਲੇ ਜਿਹੜਾ ਆਪਾਂ ਸੈਕਰੀਫਾਈਸ ਕਰਦੇ ਹਾਂ ਹਰ ਇੱਕ ਯੂਨਿਟ ਦੇ ਨਾਲੋਂ ਕੀ ਘਟਦਾ ਜਾਂਦਾ ਹੈ। ਉਹ ਆਪਾਂ ਕੀ ਗੱਲ ਕੀਤੀ ਸੀ ਡਿਫਰੈਂਸ ਕਰਵ ਦੇ ਵਿੱਚ। ਹੁਣ ਇੱਕ ਵਾਰ ਇਹਨੂੰ ਆਪਾਂ ਸਾਈਡ ਤੇ ਰੱਖ ਲਈ। ਇਨ ਕੇਸ ਅਗਰ ਆਪਾਂ ਮੰਨੀਏ ਦੇਖੋ ਇਹਨਾਂ ਨੇ ਕਿਹਾ ਲੈਫਟ ਟੂ ਰਾਈਟ ਡਾਊਨਵਰਡ ਸਲੋਪ ਹੋਣੀ ਚਾਹੀਦੀ ਹੈ। ठीक है, डाउनवर्ड स्लोप तो ये भी है ना, डाउनवर्ड स्लोप तो ये भी है। ठीक है, बट इस केस दे विच जेड़ा ਤੁਹਾਡਾ MRS है वो की है इक्वल होगा, डिमिनिशिंग नहीं होगा, इक्वल होगा। मतलब जिवें जिवें तुसी एक चीज ਨੂੰ ਸੈਕਰੀਫਾਈਸ ਜਿੰਨਾ ਕਰ ਰਹੇ ਹੋ दूसरी चीज ਨੂੰ ਜੇ ਤੁਸੀਂ ਸੈਕਰੀਫਾਈਸ ਕਰਨਾ ਕੀਤਾ ਉਹਨਾਂ ਹੀ दूसरी चीज ਨੂੰ ਕੀ ਹੈ ਵਧਾ ਰਹੇ ਹੋ। ਇਹ ਸਿਚੁਏਸ਼ਨ ਕਿਹੜੀ ਬਣਦੀ ਹੈ? ਇਹ ਸਿਚੁਏਸ਼ਨ ਉਹ ਵਾਲੀ ਹੈ ਜਦੋਂ ਦੋ ਵਸਤੂਆਂ ਜਿਨ੍ਹਾਂ ਦਾ ਆਪਾਂ ਕੀ ਕਰ ਰਹੇ ਹਾਂ, ਜਿਨ੍ਹਾਂ ਨੂੰ ਆਪਾਂ ਕੰਜ਼ਿਊਮ ਕਰ ਰਹੇ ਹਾਂ। ਸਪੋਜ਼ ਕਰੋ ਇਧਰ ਮੈਂ ਲੈ ਲੈਣਾ OY ਐਕਸਿਸ ਦੇ ਉੱਪਰ ਮੈਂ ਲੈ ਲੈਣਾ ਟੀ, इस साइड पे मैं ले लेना कॉफी, ये साइड के ऊपर मैं ले लेना कोक, ए साइड के ऊपर मैं ले लेना पेप्सी। ठीक है, सो की है अगर एक कोक दा ग्लास अगर मैं सैक्रिफाइस करदा ਤਾਂ मैं एक ਜਿਹੜਾ सॉरी एक ਜਿਹੜਾ पेप्सी है उसका एक ग्लास की मैं इंक्रीज कर देना। मतलब क्या, क्योंकि दोनों एक दूसरे का परफेक्ट सब्स्टिट्यूट ने की ने परफेक्ट सब्स्टिट्यूट। ਹੁਣ ਇਸ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਸਬਸਟੀਟਿਊਟ ਕਿਹੜੇ ਹੁੰਦੇ ਆ। ਸਬਸਟੀਟਿਊਟ ਆਪਾਂ ਕਹਿੰਦੇ ਕਿੰਨਾਂ ਨੂੰ ਆ? ਸਬਸਟੀਟਿਊਸ਼ਨ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਸਬਸਟੀਟਿਊਟ ਗੁੱਡਸ ਹੁੰਦੀਆਂ ਨੇ। ਕੀ ਹੁੰਦੀਆਂ ਨੇ? ਸਬਸਟੀਟਿਊਟ ਗੁੱਡਸ, ਸਬਸਟੀਟਿਊਟ ਗੁੱਡਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਪਰਿਸਥਾਪਕ ਵਸਤੂਆਂ। परिस्थापक वस्तुआं ਉਹ ਵਸਤੂਆਂ ਜਿਹੜੀ ਇੱਕ ਦੀ ਜਗ੍ਹਾ ਦੇ ਉੱਪਰ ਦੂਸਰੀ ਵਰਤੀ ਜਾਏ। ਅਗਰ ਘਰੇ ਤੁਹਾਡੇ ਕੋਲੇ ਚੀਨੀ ਨਹੀਂ ਹੈਗੀ, ਸ਼ੂਗਰ ਨਹੀਂ ਹੈਗੀ, ਠੀਕ ਹੈ, ਦੈਨ ਤੁਸੀਂ ਕੀ ਉਹਦੀ ਜਗ੍ਹਾ ਦੇ ਉੱਪਰ ਤੁਸੀਂ ਸ਼ੱਕਰ ਯੂਜ਼ ਕਰ ਸਕਦੇ ਹੋ, ਗੁੜ ਯੂਜ਼ ਕਰ ਸਕਦੇ ਹੋ। ਠੀਕ ਹੈ, ਹੁਣ ਇਹਦਾ ਮਤਲਬ ਕੀ ਹੈ ਕਿ ਗੁੜ ਦਾ ਜਿਹੜਾ ਹੈ, ਅਗਰ ਆਪਾਂ ਸ਼ੂਗਰ ਦੀ ਗੱਲ ਕਰੀਏ, ਚੀਨੀ ਦੀ ਗੱਲ ਕਰੀਏ ਤਾਂ ਚੀਨੀ ਦਾ ਜਿਹੜਾ ਸੈਕਰੀਫਾਈਸ ਹੈ, ਸੌਰੀ ਜਿਹੜਾ ਸਬਸਟੀਟਿਊਟ ਹੈ ਉਹ ਕੀ ਹੈ ਤੁਹਾਡੇ ਕੋਲੇ? ਉਹ ਤੁਹਾਡੇ ਕੋਲੇ ਸ਼ੂਗਰ ਹੈ, ਸੌਰੀ ਜੈਗਰੀ ਹੈ, ਜਾਂ ਆਪਾਂ ਗੁੜ ਕਹਿ ਲਈਏ। उसके बदले ਜਿਹੜੇ ਆਪਾਂ अगर आप टी की गल करिए, एक साइड के ऊपर आप टी कह रहे हैं, तो दूसरी अगर अपने कोले चाह नहीं है तो आप सब्स्टिट्यूट की आप कॉफी ले लेने हैं। ठीक है, अगर आपको कोल्ड ड्रिंक नहीं मिलता उसकी जगह के ऊपर आप कोई और परचेज कर लेने हैं, लाइक जिवें कोक नहीं मिले आप पेप्सी ले लिया। ठीक है, ਇਹ ਕਿਨੇ ਤੁਹਾਡੇ ਪਰਫੈਕਟ ਸਬਸਟੀਟਿਊਟ ਨੇ। ਜਦੋਂ ਪਰਫੈਕਟ ਸਬਸਟੀਟਿਊਟ ਹੋਣਗੇ ਤਾਂ ਉਸ ਕੇਸ ਦੇ ਵਿੱਚ ਕੀ ਹੋਊਗਾ? ਜਿੰਨੀ ਚੀਜ਼ ਇੱਕ ਨੂੰ ਘਟਾਓਗੇ ਦੂਸਰੀ ਚੀਜ਼ ਨੂੰ ਉਨੀ ਹੀ ਵਧਾਓਗੇ। ਉਸ ਕੇਸ ਦੇ ਵਿੱਚ ਜਿਹੜਾ ਤੁਹਾਡਾ ਮਾਰਜਨਲ ਰੇਟ ਆਫ ਸਬਸਟੀਟਿਊਸ਼ਨ ਹੈ ਉਹ ਕੀ ਹੈ? ਇਕੁਅਲ ਹੋਊਗਾ। ਠੀਕ ਹੈ ਜੀ, ਸੋ ਇਸ ਕਰਕੇ ਇੰਡੀਫਰੈਂਸ ਕਰਵ ਦੀ ਜਿਹੜੀ ਸੈਕੰਡ ਪ੍ਰੋਪਰਟੀ ਆ ਉਹ ਕੀ ਕਹਿੰਦੀ ਹੈ? ਇੰਡੀਫਰੈਂਸ ਕਰਵ ਸ਼ੁੱਡ ਬੀ ਕਨਵੈਕਸ ਟੂ ਦਾ origin। ਤੁਹਾਡੇ origin ਵੱਲ ਕਨਵੈਕਸ ਹੋਣੀ ਚਾਹੀਦੀ ਹੈ। ਸਪੋਜ਼ ਇਧਰ ਮੈਂ ਲੈ ਲਿਆ ਗੁੱਡ y ਐਂਡ ਇਧਰ ਲੈ ਲਿਆ ਗੁੱਡ x। ठीक है जी, क्लियर है। उस तो बाद जेड़ा नेक्स्ट है, या अगर अपने कोले होवे इस तरीके नाल जिन्हों आपां कह दिंदे हैं कॉनकेव टू द ओरिजिन, कनकेव हो गई। एक इंडिफरेंस कर्व भी बनती है जेडी है डाउनवर्ड है बट कनकेव है। कनकेव किनु है? ओरिजिन नु है। ठीक है, मतलब ओरिजिन तो एक तो होगी अंदर वाल नु ढलाना, एक ऊपर वाल नु है। ਹੁਣ ਇਸ ਕੇਸ ਦੇ ਵਿੱਚ ਕੀ ਹੈ? ਜਿਹੜਾ ਤੁਹਾਡਾ ਡਿਮਿਨਿਸ਼ਿੰਗ ਮਾਰਜਨਲ ਰੇਟ ਆਫ ਸਬਸਟੀਟਿਊਸ਼ਨ ਹੈ ਉਹ ਕੀ ਹੈ? ਡਿਮਿਨਿਸ਼ਿੰਗ ਨਹੀਂ ਹੈਗਾ, ਇਨਕਰੀਜ਼ਿੰਗ ਹੈ। ਠੀਕ ਹੈ ਜੀ, ਕੀ ਹੈ? ਇਨਕਰੀਜ਼ਿੰਗ ਹੈ। मतलब ਤੁਸੀਂ ਅਗਰ ਇੱਕ ਚੀਜ਼ ਨੂੰ ਵਧਾ ਰਹੇ ਹੋ, ਇੱਕ ਚੀਜ਼ ਦੀ ਕੰਜ਼ੰਪਸ਼ਨ ਨੂੰ ਵਧਾ ਰਹੇ ਹੋ, ਤਾਂ ਦੂਸਰੀ ਚੀਜ਼ ਦੀ ਜਿਹੜਾ ਤੁਸੀਂ ਸੈਕਰੀਫਾਈਸ ਕਰਦੇ ਹੋ ਹਰ ਯੂਨਿਟ ਦੇ ਨਾਲ ਥੋੜੇ ਜਿਹੇ ਇਨਕਰੀਜ਼ ਦੇ ਨਾਲ ਉਹ ਕੀ ਵਧਦਾ ਜਾਂਦਾ ਹੈ। ਆਪਾਂ ਗੱਲ ਕੀਤੀ ਸੀ ਨਾ ਵੀ ਇੱਕ ਚੀਜ਼ ਦੀ ਅਗਰ ਆਪਾਂ ਇੱਕ ਚੀਜ਼ ਦੀ ਕੰਜ਼ੰਪਸ਼ਨ ਨੂੰ ਵਧਾ ਰਹੇ ਹਾਂ, दूसरी दिन अगर आप घटा रहे हैं, ठीक है, तो अगर सपोज करो मेरे को आप ਉਹਦੇ ਵਿੱਚ ਗੱਲ ਕੀਤੀ ਸੀ ਆਪਣੇ ਕੋਲ x ਕੰਪੋਨੈਂਟ ਹੈ ਤੇ y ਹੈ। ਜੇ ਮੈਂ x ਕੰਪੋਨੈंट ਦੀ ਨੂੰ ਇੰਕਰੀਜ਼ ਕਰ ਰਿਹਾ ਤਾਂ y ਨੂੰ ਮੈਂ 4 ਨੂੰ ਕੀ ਕਰ ਰਹੇ ਹਾਂ? ਘਟਾ ਰਹੇ ਹਾਂ। अगर मैं 2 कर रहा तो 3 आऊगा, 3 का सैक्रिफाइस करूंगा। मतलब मैं अगर मैं 1 बढ़ाना चाह रहा हूं, मतलब प्लस 1 करना चाह रहा हूं तो और माइनस कितना होगा? पहला प्लस 1 करने में -4 हो रहा सी और 3 होगा। मतलब की है कि मैं जेड़ा सैक्रिफाइस कर रहा हर एक यूनिट दे नाल घटदा करूंगा।
ठीक है क्यों सीगा वो क्यों क्योंकि मैनू जी जी सैटिस्फैक्शन है हर एक यूनिट के नाल होगी घट मिलने जा रही है सो मैनू की लगता है मैनू ये चीज लगती है कि जिन्नी मैं जी हैगी है कोई किसी चीज को कंज्यूम करके ठीक है जी मैंने यूटिलिटी मिल रही है कोई चीज में इंक्रीज करके तो मैं ओदे बदले जी दूसरी चीज का मैं सैक्रीफाइस कर रहा हूं मैं अगली बार घट करा ठीक है सो इस सिचुएशन दे विच जिहड़ा है इंडिफरेंस कर्व कन्वेक्स होनी चाहिए बट कनकेव नहीं हो सकती क्यों नहीं हो सकती क्योंकि अगर तुम एक चीज को अगर तुम इंक्रीज करोगे तो उसके बदौलत तुम दूसरी चीज को इतने की शो कर रहे हैं तुम दूसरी चीज का सैक्रीफाइस है हर बार की है ज्यादा करोगे किवें हो सकता हो आपां एग्जांपल दे नाल कर लेंदे हां सपोज करो इस साइड के ऊपर ਤੁਹਾਡੇ ਕੋਲ x कॉम्बिनेटी है इस साइड के ऊपर y है ठीक है जी पहला इधर ਤੁਹਾਡੇ ਕੋਲ कॉम्बिनेशंस ने a b c and d ठीक है ਤੇ ਇਹਦੇ ਵਿੱਚ ਕੀ ਹੈ ਪਹਿਲਾ a कॉम्बिनेशन ਹੈਗਾ 1 ठीक है इधर हैगा 20 देन b कॉम्बिनेशन हैगा 2 15 3 देन ਤੁਹਾਡੇ ਕੋਲ ਆ ਗਿਆ 11 4 4 ਤੋਂ ਬਾਅਦ ਜਿਹੜਾ ਆਪਣੇ ਕੋਲ ਆਇਆ 8 5 6 कुछ इस तरीके का कॉम्बिनेशन बन रहा है मतलब तुसी 1 प्लस करना जा रहे हो तो तुसी की है 5 माइनस कर रहे हो ठीक है एक डिमिनिशिंग रेट की गल कर रहे हैं हम जो डिमिनिशिंग होता मार्जिन रेट ऑफ सब्स्टिट्यूशन +1 किया और ये कितना आ गया 4 हो गया -4 कर रहे हो फिर +1 कर रहे हो देन -3 कर रहे हो मतलब 3 का एक का बदल तुम 3 का सैक्रिफाइस कर रहे हो पहली गल कीती सी बट अगर इन केस की होवे कनकेव होवे तो उत्थे जेडी सिचुएशन की होगी उत्थे सिचुएशन ऑपोजिट होगी किवें होगी अपने कोल कॉम्बिनेशन वही ने a b c and d ठीक है तुसी पहली बार की कीता तुसी 1 20 कर रहे सी ठीक है तुसी 2 ते की कीता 15 देन 3 9 4 3 या 4 2 ठीक है हुन तुसी एक चीज ਨੂੰ इंक्रीज ਕਰਨ ਜਾ ਰਹੇ ਸੀਗੇ ਤੁਸੀਂ ਕਿੰਨਾ ਸੈਕਰੀਫਾਈਸ ਕੀਤਾ 5 ਦਾ ਕੀਤਾ ਤੁਸੀਂ ਫੇਰ ਇੱਕ ਦੀ ਕੰਜ਼ੰਪਸ਼ਨ ਵਧਾਈ ਤੁਸੀਂ ਸੈਕਰੀਫਾਈਸ ਕਿੰਨਾ ਦਾ ਕੀਤਾ 6 ਦਾ ਤੁਸੀਂ ਫੇਰ ਇੱਕ ਦੀ ਕੰਜ਼ੰਪਸ਼ਨ ਵਧਾਈ ਸੈਕਰੀਫਾਈਸ ਕੀਤਾ 7 ਦਾ मतलब हर एक यूनिट ਦੀ ਅਗਰ ਤੁਸੀਂ ਇੰਕਰੀਜ਼ ਕਰਨ ਜਾ ਰਹੇ ਹੋ ਯੂਨਿਟ ਕਿਸੇ ਚੀਜ਼ ਨੂੰ ਕੰਜ਼ੰਪਸ਼ਨ ਨੂੰ ਇੰਕਰੀਜ਼ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਜਿਹੜੀ ਸੈਟੀਸਫੈਕਸ਼ਨ ਹੈ ਜਿਹੜਾ ਤੁਹਾਡਾ ਸਬਸਟੀਟਿਊਸ਼ਨ ਹੈ ਐਮਆਰਐਸ ਹੈ ਉਹ ਕੀ ਹੈ ਇੰਕਰੀਜ਼ ਹੁੰਦਾ ਜਾਊਗਾ ਜਿਹਨੂੰ ਆਪਾਂ ਕਹਿੰਦੇ इंक्रीजिंग मार्जिन रेट ऑफ सब्स्टिट्यूशन ਕਿਵੇਂ ਹੋਊਗਾ ਹੁਣ ਜਿਵੇਂ ਆਪਾਂ ਹੋਰੇ ਲੈ ਲਈਏ ਇੱਥੇ ਹੈਗਾ 20 ਇੱਥੇ ਤੁਸੀਂ ਕੁਝ ਵੀ ਐਗਜ਼ਾਮਪਲ ਲੈ ਸਕਦੇ ਦੇਖੋ ਆਪਾਂ ਹੋਰੇ ਗੱਲ ਕੀਤੀ y1 ਦੀ ਇੱਥੇ ਆਪਾਂ ਕੰਜ਼ੂਮ ਕਰ ਰਹੇ ਸੀ x1 ਠੀਕ ਹੈ ਉਹਨੇ y2 ਕਿੰਨਾ ਥੋੜਾ ਜਿਹਾ ਆਪਾਂ ਕੀ ਕੀਤਾ ਸੈਕਰੀਫਾਈਸ ਕੀਤਾ ਬਟ ਜਿਹੜਾ ਥੋੜਾ ਜਿਹਾ ਆਪਾਂ ਕੀ ਘਟਾਇਆ ठीक है उस तो बाद की है तुसी जेड़ा इंक्रीज कर दोबारा बना लेंगे ਆਪਾਂ इस साइड पर ਆਪਾਂ ਗੱਲ ਕਰਦੇ ਹਾਂ इस ਨੂੰ ਆਪਾਂ रिप्रेजेंट ਕਰਾਂਗੇ डायग्रामेटिकली 1 2 3 4 5 then 2 4 6 8 10 12 14 16 18 and 20 ठीक है जी सब तो पहला जेड़ा अपने कोल कॉम्बिनेशन केड़ा बनदा है 1 ते 20 दा सेकंड कॉम्बिनेशन 2 15 2 and y 15 है 2 15 15 ਇਹਦੇ ਸੈਂਟਰ ਦੇ ਵਿੱਚ ਆ ਗਿਆ थर्ड कॉम्बिनेशन अपना बनदा 3 9 ਦਾ 9 3 9 देन अपने को नेक्स्ट कॉम्बिनेशन बनता है 4 2 का अगर तुम ਇਹਨੂੰ मैच करते हो थोड़ा जा की है कि बन रहा है जेड़ा तुसी स्लाइडली तुसी नजर आऊगा कि केड़ा बन रहा है कॉनकेव है ठीक है की है कॉनकेव समझ आ गई सो ए सिचुएशन ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਵੀ ਆਪਾਂ ਗੱਲ ਕਰਦੇ ਆ ਕਿਹਦੇ ਬਾਰੇ ਜਦੋਂ ਆਪਾਂ ਗੱਲ ਕਰਦੇ ਆ ਇੰਡੀਫਰੈਂਸ ਕਰਵ ਦੀ ਜਿਹੜੀ ਸੈਕੰਡ ਪ੍ਰਾਪਰਟੀ ਹੈ ਉਹ ਕੀ ਕਹਿੰਦੀ ਹੈ ਉਹ ਇਹ ਗੱਲ ਕਹਿੰਦੀ ਹੈ ਕਿ ਜਿਹੜਾ ਤੁਹਾਡਾ ਇੰਡੀਫਰੈਂਸ ਕਰਵ ਹੈ ठीक है इंडिफरेंस कर्व शुड बी कन्वेक्स टू द ओरिजिन ਦੇ ਜਿਹੜੀ ਕਨਵੈਕਸ ਹੋਣੀ ਚਾਹੀਦੀ ਹੈ ਠੀਕ ਹੈ ਸਮਝ ਆ ਗਈ ਨਹੀਂ ਉਸ ਤੋਂ ਬਾਅਦ ਨੈਕਸਟ ਹੈ ਜਿਹੜਾ ਉਹ ਹੈਗਾ ਆਪਣਾ इंडिफरेंस कर्व शुड नॉट टच either x axis or y axis
ठीक है जी। ਜਿਹੜੀ ਇੰਡੀਫਰੈਂਸ ਕਰਵ ਹੈ ਉਹ ਨਾ ਹੀ ਤਾਂ ਜਿਹੜੀ ਹੈਗੀ ਹੈ ਆਪਣੇ ਕੋਲੇ y ਐਕਸਿਸ ਹੈ ਉਸ ਨੂੰ ਟੱਚ ਕਰੇ, ਨਾ ਹੀ ਜਿਹੜੀ ਤੁਹਾਡੀ ਐਕਸਿਸ ਹੈ IC should not touch x axis or y axis। ठीक है, IC कर्व ਜਿਹੜੀ ਹੈਗੀ ਹੈ ਉਹ ਨਾ ਤਾਂ x ਐਕਸਿਸ ਨੂੰ ਟੱਚ ਕਰੇ ਤੇ ਨਾ ਹੀ y ਐਕਸਿਸ ਨੂੰ ਟੱਚ ਕਰੇ। ਹੁਣ ਉਹ ਕਿਸ ਤਰੀਕੇ ਨਾਲ ਹੋਊਗਾ, ਦੇਖੋ ਜਿਹੜੀ IC कर्व ਹੈ ਆਪਾਂ ਕੀਤਾ ਸੀ ਨਾ ਕੁਝ ਇਸ ਤਰੀਕੇ ਨਾਲ IC कर्व ਨੂੰ ਇਦਾਂ ਬਣਾਉਂਦੇ ਆਪਾਂ। ਅਗਰ ਇਸ ਦੀ ਬਦੌਲਤ IC कर्व ਕੁਝ ਇਸ ਤਰੀਕੇ ਨਾਲ ਹੋਵੇ, ਐਂਡ ਮੈਂ IC कहना मतलब ਕੀ ਹੈ, इस साइड के ऊपर y है OX, ठीक है, तब उरे में लगना गुड x एंड गुड y। ਹੁਣ ਉਰੇ ਕੀ ਹੈ, ਤੁਸੀਂ ਨਜ਼ਰ ਅਗਰ ਲਗਾਓਗੇ ਤਾਂ ਉਰੇ ਇੱਕ ਜਗ੍ਹਾ ਦੇ ਉੱਪਰ ਇੱਥੇ ਇੰਟਰਸੈਕਟ ਕੀਤੀ, ਇੱਥੇ ਇੱਕ ਜਗ੍ਹਾ ਦੇ ਉੱਪਰ ਇਸ ਜਗ੍ਹਾ ਦੇ ਉੱਪਰ ਕੀ ਹੈ ਇੰਟਰਸੈਕਟ ਕੀਤੀ ਹੋਈ ਹੈ। ਅਗਰ ਮੈਂ ਇਹ ਵਾਲਾ ਪੁਆਇੰਟ ਮੰਨ ਲੈਣਾ ਕੋਈ y1, ਇਸ ਪੁਆਇੰਟ ਦੇ ਉੱਪਰ ਕੀ ਹੈ ਤੁਹਾਡੀ ਜਿਹੜੀ x ਹੈ ਉਹ ਕੀ ਹੈ 0 ਹੈ ਐਂਡ y ਕੀ ਹੈ OY ਹੈ। ਇਸ ਸਿਚੁਏਸ਼ਨ ਦੇ ਉੱਪਰ ਅਗਰ ਮੈਂ x1 ਮੰਨ ਲੈਣਾ ਦੈਨ ਕੀ ਹੈ ਤੁਹਾਡੀ x ਦੀ ਕੰਜ਼ੰਪਸ਼ਨ ਕਿੰਨੀ ਹੈ OX ਹੈ ਐਂਡ y ਦੀ ਕੰਜ਼ੰਪਸ਼ਨ 0 ਹੈ, 0 OX ਹੈ। ਇਹ ਕੀ ਹੈ 0 x1 0 ਹੈ, ਇੱਥੇ ਕੀ ਹੈ 0 y1, ਠੀਕ ਹੈ ਜੀ। ਸੋ ਕੁਝ ਇਸ ਤਰੀਕੇ ਸਿਚੁਏਸ਼ਨ ਹੈ। ਹੁਣ ਆਪਾਂ ਬਟ ਇਹਦੇ ਵਿੱਚ ਜਿਹੜੇ ਕੰਬੀਨੇਸ਼ਨ ਹੈ ਇੰਡੀਫਰੈਂਸ ਕਰਵ ਦੇ ਵਿੱਚ ਆਪਾਂ ਇੱਕ ਗੱਲ ਕਰਦੇ ਸੀ ਕਿ ਇੰਡੀਫਰੈਂਸ ਕਰਵ ਆਪਾਂ ਨੂੰ ਕੀ ਸ਼ੋ ਕਰਦੀ ਹੈ, ਇੰਡੀਫਰੈਂਸ ਕਰਵ ਰਿਪਰੈਜ਼ੈਂਟ ਦਾ ਆਲ ਕੰਬੀਨੇਸ਼ਨ ਆਫ ਟੂ ਕੋਮੋਡਿਟੀਜ਼। ਆਪਾਂ ਕਿਹਦੀ ਗੱਲ ਕਰਦੇ ਸੀ, ਟੂ ਕੋਮੋਡਿਟੀਜ਼, ਠੀਕ ਹੈ ਜੀ। ਬਟ ਇੱਥੇ ਕੀ ਹੈ, ਇੱਥੇ ਤਾਂ ਸਿੰਗਲ ਕੋਮੋਡਿਟੀ ਤੇ ਪਹੁੰਚ ਗਿਆ ਕਿਉਂਕਿ ਆਪਾਂ ਦੂਸਰੀ ਨੂੰ ਜ਼ੀਰੋ ਕੰਜ਼ਿਊਮ ਕਰ ਰਹੇ ਹਾਂ। ਸੋ ਇਸ ਕਰਕੇ ਕੀ ਹੈ ਕਿ ਜਿਹੜੀ ਇੰਡੀਫਰੈਂਸ ਕਰਵ ਹੈ ਉਹ ਕਦੇ ਵੀ x ਐਕਸਿਸ ਜਾਂ OY ਐਕਸਿਸ ਨੂੰ ਕਦੇ ਵੀ ਟੱਚ ਨਹੀਂ ਕਰੂਗੀ, ਕਦੇ ਵੀ ਇੰਟਰਸੈਕਟ ਨਹੀਂ ਕਰੂਗੀ। क्यों, क्योंकि अगर उन्हें इंटरसेक्ट करता, अगर उन्हें टच करता, दैट मीन कंज्यूमर प्रेफर सिंगल कॉमोडिटी की है, सिंगल कॉमोडिटी ਨੂੰ प्रेफर कर रहे हैं, then फिर इंडिफरेंस कर्व ਦੀ ਲੋੜ ਹੈ। ठीक है जी, क्यों, क्योंकि इंडिफरेंस कर्व ਦੇ ਵਿੱਚ ਆਪਾਂ ਅਲੱਗ-ਅਲੱਗ ਕੰਬੀਨੇਸ਼ਨਸ ਦੀ ਹੀ ਗੱਲ ਕਰਦੇ ਹਾਂ। ठीक है, ਇਸ ਤੋਂ ਬਾਅਦ ਜਿਹੜੀ ਇਹਦੇ ਤਿੰਨ ਹੋਰ ਜਿਹੜੀਆਂ ਪ੍ਰੋਪਰਟੀਆਂ ਨੇ ਉਹ ਆਪਾਂ ਨੈਕਸਟ ਵੀਡੀਓ ਵਿੱਚ ਕਰਾਂਗੇ। ਠੀਕ ਹੈ ਜੀ, ਫਿਲਹਾਲ ਤੁਸੀਂ ਜਿਹੜੇ ਤਿੰਨ ਵੀਡੀਓਜ਼ ਹੈ ਜਿਹੜੇ ਤਿੰਨ ਇਹ ਪ੍ਰੋਪਰਟੀਆਂ ਨੂੰ ਚੰਗੇ ਤਰੀਕੇ ਨਾਲ